ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 17ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਚੇਤੀ ਮਹੱਲਾ ਪਹਿਲਾ। ਖਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵੇ ਹਮ ਆਏ। ਅਗਨ ਬਿੰਬ ਜਲ ਪੀਤਰ ਨਿਪਜੇ, ਕਾਹੇ ਕੰਮ ਪਾਏ। ਮੇਰੇ ਸਾਹਿਬਾ ਕੌਣ ਜਣੇ ਗੁਣ ਤੇਰੇ, ਕਹੇ ਨ ਜਾਨੀ ਅਵਗਣ ਮੇਰੇ ਰਹਾਓ। ਕੇਤੇ ਰੁਖ ਬਿਰਖ ਹਮ ਚੀਨੇ, ਕੇਤੇ ਪਸ਼ੂ ਅਪਾਏ। ਕੇਤੇ ਨਾਗ ਕੁਲੀ में ਆਏ, ਕੇਤੇ ਪੰਖ ਉਡਾਏ। ਹਾਟ ਪਟਣ ਬਿਜ ਮੰਦਰ ਪੰਨੇ, ਕਰ ਚੋਰੀ ਕਰ ਆਵੇ। ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾ ਛਪਾਵੇ। ਤਟ ਤੀਰਥ ਹਮ ਨਵਖੰਡ ਦੇਖੇ, ਹਟ ਪਟਣ ਬਜ਼ਾਰਾ। ਲੈ ਕੇ ਤਕੜੀ ਤੋਲਣ ਲਾਗਾ, ਘਟ ਹੀ ਮੇ ਵਣਜਾਰਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰੋ ਕੁਛ ਮੇਰਾ ਪਾਓ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੇ, ਭੀਤਰ ਵਗੇ ਕਾਤੀ। ਪ੍ਰਵਣਤ ਨਾਨਕ ਹੁਕਮ ਪਛਾਣੇ, ਸੁਖ ਹੋਵੇ ਦਿਨ ਰਾਤੀ। ਜੀੜਾ ਅਗਨ ਬਰਾਬਰ ਤਪੇ, ਭੀਤਰ ਵਗੇ ਕਾਤੀ। ਪ੍ਰਵਣਤ ਨਾਨਕ ਹੁਕਮ ਪਛਾਣੇ, ਸੁਖ ਹੋਵੇ ਦਿਨ ਰਾਤੀ। ਗੁਰੂ ਜੀ ਇਸ ਸ਼ਬਦ ਵਿੱਚ ਸਾਨੂੰ ਦੱਸਦੇ ਹਨ ਕਿ ਮੈਂ ਮਨੁੱਖਾ ਜਨਮ ਤੋਂ ਪਹਿਲਾਂ ਉਹ ਮਾਲਕ ਪਰਮੇਸ਼ਰ ਹੀ ਜਾਣਦਾ ਹੈ ਕਿ ਮੈਂ ਕਿਸ ਕਿਸ ਜੂਨ ਦੇ ਵਿੱਚੋਂ ਹੋ ਕੇ ਆਇਆ ਹਾਂ ਅਤੇ ਕਿਸ ਜੂਨ ਵਿੱਚ ਅੱਗੋਂ ਪੈਣਾ ਹੈ। ਸੋ ਇਸ ਦੇ ਅਰਥ ਇਸ ਤਰ੍ਹਾਂ ਕਰੀਏ ਜੀ। ਹੇ ਮਨ, ਕਦੋਂ ਦੀ ਮਾਤਾ ਅਤੇ ਕਦੋਂ ਦਾ ਕੋਈ ਪਿਤਾ ਬਣਿਆ ਹੋਇਆ ਹੈ ਅਤੇ ਕਿਸ ਥਾਂ 'ਤੇ ਅਸੀਂ ਸੰਸਾਰ ਵਿੱਚ ਆਏ ਹਾਂ, ਇਹ ਪ੍ਰਸ਼ਨ ਕਰਦੇ ਹਨ। ਫਿਰ ਗੁਰੂ ਜੀ ਕਹਿੰਦੇ ਹਨ, ਮਾਤਾ ਦੇ ਪੇਟ ਅਤੇ ਪਿਤਾ ਦੇ ਮਿਲਾਪ ਤੋਂ ਅਸੀਂ ਪੈਦਾ ਹੋਏ ਹਾਂ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਕਿਸ ਕੰਮ ਲਈ ਅਸੀਂ ਪੈਦਾ ਕੀਤੇ ਗਏ ਹਾਂ, ਇਹ ਗੱਲ ਵਿਚਾਰਨੀ ਚਾਹੀਦੀ ਹੈ ਜੀ ਕਿ ਅਸੀਂ ਹਰਭਜਨ ਵਾਸਤੇ ਆਏ ਹਾਂ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮਾਲਕ, ਤੇਰੇ ਗੁਣ ਕੌਣ ਜਾਣ ਸਕਦਾ ਹੈ। ਭਾਵ ਤੇਰੇ ਬਿਨਾਂ ਕੌਣ ਇਹ ਸਭ ਜਾਣ ਸਕਦਾ ਹੈ ਜੀ। ਤੇਰੇ ਬੇਅੰਤ ਗੁਣ ਹਨ ਜੀ, ਪਰ ਦੂਜੇ ਪਾਸੇ ਮੇਰੇ ਅਵਗੁਣ ਵੀ ਕਹੇ ਨਹੀਂ ਜਾ ਸਕਦੇ। ਭਾਵ ਬਹੁਤ ਅਣਗਿਣਤ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਕਿਤਨੀ ਵਾਰ ਅਸਾਂ ਛੋਟੇ ਰੁੱਖ ਵੱਡੇ ਬ੍ਰਿਛ ਦੇ ਰੂਪ ਧਾਰਨ ਕਰਦੇ ਵੇਖੇ ਹਨ। ਕਿਤਨੀ ਵਾਰੀ ਅਸੀਂ ਪਸ਼ੂ ਬਣ ਕੇ ਪੈਦਾ ਕੀਤੇ ਗਏ, ਕਿਤਨੀ ਵਾਰ ਸੱਪਾਂ ਦੀ ਕੁੱਲ ਵਿੱਚ ਆਏ ਹਾਂ ਜੀ, ਅਤੇ ਕਿਤਨੀ ਵਾਰ ਪੰਛੀ ਵਾਲੇ ਸਰੀਰ ਬਣ ਕੇ ਉਡਾਏ ਜਾਂਦੇ ਰਹੇ ਹਾਂ ਜੀ। ਭਾਵ ਇਹ ਉਹ ਪਰਮੇਸ਼ਰ ਹੀ ਜਾਣਦਾ ਹੈ ਜੀ, ਸਾਨੂੰ ਨਹੀਂ ਪਤਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਕੋਈ ਮਨੁੱਖ ਮਾਇਆ ਅਤੇ ਪਦਾਰਥ ਲੁੱਟਣ ਲਈ ਹੱਟੀਆਂ ਅਤੇ ਪੱਕੇ ਮਕਾਨ ਪਾਉਂਦਾ ਹੈ ਅਤੇ ਚੋਰੀ ਕਰਕੇ ਧਨ ਪਦਾਰਥ ਘਰ ਲੈ ਕੇ ਆਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖ ਅੰਦਰ ਅੱਗੇ ਅਤੇ ਪਿੱਛੇ ਜੇ ਝਾਤੀਆਂ ਮਾਰ ਕੇ ਵੇਖਦਾ ਹੈ, ਮਤਲਬ ਉਸਨੂੰ ਕੋਈ ਚੋਰੀ ਕਰਦਿਆਂ ਵੇਖ ਨਾ ਲਵੇ, ਤਾਂ ਕਿ ਉਹ ਇਹ ਸਾਰੇ ਗੰਦੇ ਕੰਮ ਕਰ ਸਕੇ। ਪਰ ਹੇ ਪਰਮੇਸ਼ਰ, ਉਹ ਤੇਰੇ ਪਾਸੋਂ ਕਿਵੇਂ ਲੁਕਾ ਸਕਦਾ ਹੈ ਜੀ। ਤੂੰ ਤਾਂ ਸਭ ਕੁਝ ਵੇਖ ਰਿਹਾ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਅਸਾਂ 9 ਖੰਡਾਂ ਦੇ ਤੀਰਥਾਂ ਦੇ ਕੰਢਿਆਂ ਉੱਪਰ ਵੀ ਵਸ ਕੇ ਵੇਖ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸ਼ਹਿਰ ਦੇ ਬਾਜ਼ਾਰਾਂ ਦੀਆਂ ਹੱਟੀਆਂ 'ਤੇ ਬੈਠ ਕੇ ਵਪਾਰ ਕਰਕੇ ਵੀ ਵੇਖ ਲਿਆ ਹੈ ਜੀ। ਹੇ ਪਰਮੇਸ਼ਰ, ਤੇਰੀ ਕਿਰਪਾ ਦਾ ਸਦਕਾ ਕੋਈ ਵਿਰਲਾ ਵਣਜਾਰਾ ਚੰਗੀ ਤਰ੍ਹਾਂ ਤੱਕੜੀ ਲੈ ਤੋੜਨ ਲੱਗਾ। ਭਾ ਜਦ ਕਰਮਾਂ ਦੀ ਪਰਖ ਵਿਚਾਰ ਕਰਨ ਲੱਗਾ ਤਾਂ ਉਸਨੂੰ ਸਮਝ ਆ ਗਈ ਕਿ ਪਰਮੇਸ਼ਰ ਵਣਜਾਰਾ ਸਾਡੇ ਹਿਰਦੇ ਵਿੱਚ ਹੀ ਵਸਦਾ ਹੈ ਜੀ। ਅਸੀਂ ਉਸ ਹਰ ਮੂਲ ਨੂੰ ਪਛਾਣਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਤਨਾ ਸਮੁੰਦਰ ਸਾਗਰ ਨਾਲ ਭਰਿਆ ਹੋਇਆ ਹੈ ਉਤਨੇ ਸਾਡੇ ਔਗਣ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੁਸੀਂ ਸਾਡੇ ਉੱਤੇ ਦਇਆ ਕਰੋ, ਮਿਹਰ ਕਰੋ, ਕਿਰਪਾ ਕਰੋ। ਆਪ ਜੀ ਨੇ ਅਨੇਕਾਂ ਪਾਪਾਂ ਦੇ ਭਾਰ ਨਾਲ ਡੁੱਬੇ ਹੋਏ ਪੱਥਰਵਤ ਸਰੀਰ ਵੀ ਸੰਸਾਰ ਤੋਂ ਉਤਾਰ ਦਿੱਤੇ ਹਨ ਜੀ, ਅਤੇ ਮੇਰੇ 'ਤੇ ਵੀ ਮਿਹਰ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਕਾਹੇ ਕੰਮ ਉਪਾਏ ਨੂੰ ਧਿਆਨ ਵਿੱਚ ਰੱਖ ਕੇ ਵੇਖਿਆ ਜਾਏ ਤਾਂ ਪਛਤਾਵੇ ਕਾਰਨ ਮੇਰੀ ਜੀਵ ਆਤਮਾ ਅੱਗ ਵਾਂਗ ਤਪ ਰਹੀ ਹੈ ਜੀ, ਅਤੇ ਹਿਰਦੇ ਵਿੱਚ ਮਾਨੋ ਮਾੜੇ ਕਰਮਾਂ ਦੀ ਛੁਰੀ ਚੱਲ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਨਾਨਕ ਇਹ ਬੇਨਤੀ ਕਰਦਾ ਹੈ ਕਿ ਹੇ ਪਰਮੇਸ਼ਰ, ਤੇਰੀ ਮਿਹਰ ਸਦਕਾ ਜੋ ਜੀਵ ਤੇਰੇ ਹੁਕਮ ਨੂੰ ਪਹਿਚਾਣਦਾ ਹੈ, ਉਸ ਦੇ ਭਾਣੇ ਅਨੁਸਾਰ ਚੱਲਦਾ ਹੈ, ਉਸ ਨੂੰ ਦਿਨ ਰਾਤ ਹਰ ਵੇਲੇ ਸੁੱਖ ਪ੍ਰਾਪਤ ਹੁੰਦਾ ਹੈ ਜੀ। ਭਾਵ ਉਹ ਮਾਲਕ ਦੇ ਹੁਕਮ ਨੂੰ ਪਛਾਣ ਕੇ ਉਸ ਦੀ ਰਜ਼ਾ ਵਿੱਚ ਰਹਿਣਾ ਸਿੱਖ ਕੇ ਆਪਣੇ ਹਰ ਮੂਲ ਨਾਲ ਜੁੜ ਜਾਂਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ। ਸ਼ਬਦ ਦੇ ਆਰੰਭ ਵਿੱਚ ਇਸ ਪੰਕਤੀ ਵਿੱਚ ਜਿਸ ਤਰ੍ਹਾਂ ਗੁਰੂ ਜੀ ਕਹਿੰਦੇ ਹਨ, ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵੇਂ ਹਮ ਆਏ ਵਾਲਾ ਪ੍ਰਸ਼ਨ ਜਗਿਆਸੂ ਨੂੰ ਪਰਮੇਸ਼ਰ ਨਾਲ ਜੋੜਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇੱਕ ਨਿੱਕਾ ਜਿਹਾ ਜੀਵ ਰੂਪੀ ਕੀੜਾ ਕਾਦਰ ਦੀ ਬੇਅੰਤ ਕੁਦਰਤ ਨੂੰ ਕਿਵੇਂ ਸਮਝ ਸਕਦਾ ਹੈ ਜੀ। ਸਾਡੇ ਮੌਜੂਦਾ ਮਾਤਾ ਪਿਤਾ ਦਾ ਸੰਬੰਧ ਸਾਡੇ ਨਾਲ ਕਿਤਨੇ ਜਨਮਾਂ ਤੋਂ ਚੱਲਿਆ ਆ ਰਿਹਾ ਹੈ। ਇਹ ਵੀ ਕੀ ਪਤਾ ਹੈ ਕਿ ਅਸੀਂ ਵੀ ਇਹਨਾਂ ਦੇ ਕਈ ਵਾਰੀ ਮਾਤਾ ਪਿਤਾ ਬਣੇ ਹੋਈਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖ ਦੀ ਜੀਵਨ ਯਾਤਰਾ ਬਹੁਤ ਲੰਬੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਦੇਵ ਜੀ ਦੇ ਬਚਨਾਂ ਤੋਂ ਇਹ ਪਤਾ ਲੱਗਦਾ ਹੈ ਕਿ ਅਸੀਂ ਕਈ ਜਨਮ ਕੀੜੇ ਪਤੰਗੇ, ਹਾਥੀ, ਮੱਛ, ਹਿਰਨ, ਪੰਖੀ, ਸਰਪ ਆਦਿ ਬਣੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਗਿਆਨ ਚਕਸ਼ੂ ਖੁੱਲ੍ਹੇ ਤਾਂ ਸਾਨੂੰ ਸੋਝੀ ਆਈ ਕਿ ਅਸੀਂ ਸਮੁੰਦਰ ਵੱਤ ਔਗਣਾਂ ਨਾਲ ਭਰੇ ਹੋਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਖਾਤਰ ਮਨੁੱਖਾ ਦੇਹੀ ਮਿਲੀ ਹੈ ਉਹ ਭਜਨ ਬੰਦਗੀ ਵਾਲੀ ਕਾਰ ਕਰਨੀ ਸਾਡੇ ਚਿੱਤ ਚੇਤੇ ਵਿੱਚ ਵੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਉਮਰ ਬੀਤੀ ਤੇ ਪਛਤਾਵਾ ਆਉਂਦਾ ਹੈ ਤਾਂ ਬਰਾਗੀ ਜਿਉੜੇ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਗਿਰਨ ਲੱਗ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਫਿਰ ਸਾਈਂ ਅੱਗੇ ਅਰਦਾਸ ਕਰਨ ਦੀ ਰੁਚੀ ਬਣ ਜਾਂਦੀ ਹੈ ਜੀ। ਅਸਲ ਵਿੱਚ ਇੱਕ ਅਰਦਾਸ ਬੇਨਤੀ ਹੀ ਇੱਕ ਅਜਿਹੀ ਕਲਾ ਹੈ ਜੀ ਜੋ ਸਾਨੂੰ ਗੁਰਸ਼ਬਦ, ਗੁਰਬਾਣੀ
ਗੁਰਮਤਿ ਦੁਆਰਾ ਅਕਾਲ ਪੁਰਖ ਜੀ ਨਾਲ ਸਾਡੀ ਸਾਂਝ ਬਣਾਉਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਅਕਾਲ ਪੁਰਖ ਜਦੋਂ ਹੁਕਮ ਦੀ ਪਛਾਣ ਹੁੰਦੀ ਹੈ ਤਾਂ ਸਭ ਪਾਸੇ ਸੁੱਖ ਹੀ ਸੁੱਖ ਨਜ਼ਰ ਆ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਦੁੱਖ ਦੀ ਘਾਟੀ ਮੁੱਕ ਜਾਂਦੀ ਹੈ ਜੀ। ਸੋ ਸਿਧਾਂਤ ਇਹ ਹੈ ਕਿ ਸਦਾ ਗੁਰਸ਼ਬਦ ਗੁਰਬਾਣੀ ਗੁਰਮਤਿ ਦੁਆਰਾ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਅਰਦਾਸ ਕਰਦੇ ਰਹੀਏ ਅਤੇ ਆਪਣੇ ਔਗੁਣਾਂ ਦੇ ਬਖਸ਼ਣ ਦੀ ਮਾਫੀ ਮੰਗੀਏ ਅਤੇ ਉਸ ਅਕਾਲ ਪੁਰਖ ਨਾਲ ਜੁੜਨ ਦੀ ਬੇਨਤੀ ਮੰਗੀਏ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।